ਬਹੁਤ ਹੀ ਪਿਆਰੇ ਬੱਚਿਓ, ਅੱਜ ਆਪਾਂ ਸਰੀਰਕ ਸਿੱਖਿਆ ਦੇ 10ਵੀਂ ਜਮਾਤ ਦੇ ਦੂਸਰੇ ਪਾਠ ਸੰਤੁਲਿਤ ਭੋਜਨ ਬਾਰੇ ਗੱਲ ਕਰਾਂਗੇ। ਬੱਚਿਓ, ਭੋਜਨ ਤੋਂ ਕੀ ਭਾਵ ਹੈ? ਸੌਖੇ ਸ਼ਬਦਾਂ ਵਿੱਚ ਜੋ ਖਾਦ ਪਦਾਰਥ ਅਸੀਂ ਖਾਂਦੇ ਜਾਂ ਪੀਂਦੇ ਹਾਂ ਉਹ ਸਾਡਾ ਭੋਜਨ ਹਨ। ਕਿਤਾਬੀ ਸ਼ਬਦਾਂ ਵਿੱਚ ਆਪਾਂ ਕਹਿ ਸਕਦੇ ਹਾਂ ਭੋਜਨ ਮਨੁੱਖੀ ਜੀਵਨ ਲਈ ਜ਼ਰੂਰੀ ਹੈ। ਜਿਸ ਤਰ੍ਹਾਂ ਮਨੁੱਖ ਦਾ ਜੀਵਨ ਜਿਉਣਾ ਹਵਾ 'ਤੇ ਨਿਰਭਰ ਹੈ, ਉਸੇ ਤਰ੍ਹਾਂ ਭੋਜਨ ਵੀ ਮਨੁੱਖ ਨੂੰ ਜਿਉਂਦਾ ਰੱਖਣ ਲਈ ਜ਼ਰੂਰੀ ਹੈ। ਇਹ ਭੋਜਨ ਹੀ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਮਨੁੱਖ ਹਰ ਤਰ੍ਹਾਂ ਦੇ ਕਸ਼ਟ ਉਠਾਉਂਦੇ ਹਨ। ਜਾਂ ਦੂਸਰੀ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਜ਼ਿੰਦਗੀ ਦੇ ਸਾਰੇ ਰੁਝੇਵੇਂ ਭੋਜਨ ਪ੍ਰਾਪਤ ਕਰਨ ਲਈ ਹੀ ਕੀਤੇ ਜਾਂਦੇ ਹਨ। ਭੋਜਨ ਪ੍ਰਾਪਤ ਕਰਨ ਲਈ ਅਸੀਂ ਆਪਣੀ ਸਮਝ, ਤਾਕਤ ਅਤੇ ਪੈਸਾ ਇਸ ਲਈ ਲਾਉਂਦੇ ਹਾਂ ਕਿਉਂਕਿ ਸਾਨੂੰ ਭੋਜਨ ਦੇ ਬਹੁਤ ਲਾਭ ਹਨ। ਭੋਜਨ ਦੇ ਮੁੱਖ ਕੰਮ ਕੀ ਹਨ? ਅਸੀਂ ਭੋਜਨ ਕਿਉਂ ਖਾਂਦੇ ਹਾਂ? ਇਸ ਦਾ ਕੀ ਕੰਮ ਹੈ? ਬੱਚਿਓ, ਪਹਿਲਾ ਕੰਮ ਹੈ ਇਸਦਾ ਸਰੀਰ ਦਾ ਵਾਧਾ ਵਿਕਾਸ। ਜਦੋਂ ਮਨੁੱਖ ਪੈਦਾ ਹੁੰਦਾ ਹੈ ਤਦ ਉਸ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ, ਪਰ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਹੈ ਤਦ ਅਸੀਂ ਆਪਣੀਆਂ ਅੱਖਾਂ ਨਾਲ ਦੇਖਦੇ ਹਾਂ ਉਹ ਵੱਡਾ ਹੁੰਦਾ ਜਾਂਦਾ ਹੈ। ਸਰੀਰ ਦੇ ਛੋਟੇ ਸੈੱਲ ਆਪਸ ਵਿੱਚ ਰਲਦੇ ਮਿਲਦੇ ਵੱਧਦੇ ਰਹਿੰਦੇ ਹਨ। ਭੋਜਨ ਵਿੱਚ ਪ੍ਰੋਟੀਨ ਦੇ ਹੋਣ ਕਾਰਨ ਸੈੱਲ ਵੱਧਦੇ ਹਨ, ਭਾਵ ਕਿ ਸਾਡਾ ਸਰੀਰ ਵੱਧਦਾ ਫੁੱਲਦਾ ਹੈ ਭੋਜਨ ਦੇ ਕਾਰਨ। ਦੂਸਰਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਸ਼ਕਤੀ ਦਾ ਸੋਮਾ ਹੈ। ਸਰੀਰ ਨੂੰ ਕੰਮ ਕਰਨ ਲਈ ਤਾਕਤ ਦੀ ਜ਼ਰੂਰਤ ਹੁੰਦੀ ਹੈ। ਸਰੀਰ ਰੂਪੀ ਮਸ਼ੀਨ ਨੂੰ ਚਲਾਉਣ ਲਈ ਭੋਜਨ ਪੈਟਰੋਲ ਦਾ ਕੰਮ ਕਰਦਾ ਹੈ। ਇਹ ਭੋਜਨ ਦੀ ਹੀ ਦੇਣ ਹੈ ਕਿ ਅਸੀਂ ਤੁਰਦੇ ਫਿਰਦੇ, ਨੱਠਦੇ, ਭੱਜਦੇ ਹਾਂ। ਜੇ ਅਸੀਂ ਚੰਗਾ ਅਤੇ ਜ਼ਰੂਰਤ ਅਨੁਸਾਰ ਖਾਣਾ ਖਾਂਦੇ ਰਹੀਏ ਤਾਂ ਸਰੀਰ ਤਕੜਾ ਅਤੇ ਮਜ਼ਬੂਤ ਹੋ ਜਾਂਦਾ ਹੈ। ਤੀਸਰਾ ਅਸੀਂ ਕਹਿ ਸਕਦੇ ਹਾਂ ਸਰੀਰ ਦਾ ਤਾਪਮਾਨ। ਜੋ ਭੋਜਨ ਅਸੀਂ ਖਾਂਦੇ ਹਾਂ ਇਹ ਮਿਹਦੇ ਅਤੇ ਆਂਤੜੀਆਂ ਵਿੱਚ ਜਾ ਕੇ ਕਈ ਤਬਦੀਲੀਆਂ ਧਾਰਨ ਕਰ ਲੈਂਦਾ ਹੈ। ਇਸ ਵਿੱਚੋਂ ਜੋ ਰਸ ਨਿਕਲਦੇ ਹਨ ਉਹ ਲਹੂ ਰਾਹੀਂ ਸਰੀਰ ਦੇ ਸਾਰੇ ਭਾਗਾਂ ਵਿੱਚ ਪਹੁੰਚਦੇ ਹਨ ਅਤੇ ਸਰੀਰ ਦੀ ਸਰਦੀ ਅਤੇ ਗਰਮੀ ਦੀ ਮਾਤਰਾ ਠੀਕ ਰੱਖਦੇ ਹਨ। ਚੌਥਾ ਅਸੀਂ ਕਹਿ ਸਕਦੇ ਹਾਂ ਬੇਜਾਨ ਸੈੱਲਾਂ ਨੂੰ ਸੁਰਜੀਤ ਕਰਦਾ ਹੈ ਭੋਜਨ। ਬੱਚਿਓ, ਅਸੀਂ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਦੇ ਰਹਿੰਦੇ ਹਾਂ, ਫਿਰ ਵੀ ਜਿਸ ਵਕਤ ਅਸੀਂ ਬੈਠੇ ਆਰਾਮ ਕਰ ਰਹੇ ਜਾਂ ਸੌਂ ਰਹੇ ਹੋਈਏ ਤਦ ਵੀ ਸਰੀਰ ਦੇ ਕੁਝ ਅੰਗ ਕੰਮ ਕਰਦੇ ਰਹਿੰਦੇ ਹਨ। ਉਸ ਵਕਤ ਸਰੀਰ ਵਿਚਲੇ ਸੈੱਲਾਂ ਦੀ ਭੰਨ ਤੋੜ ਹੁੰਦੀ ਹੈ। ਇਸ ਭੰਨ ਤੋੜ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ। ਜਿੱਥੇ ਇਸ ਭੰਨ ਤੋੜ ਨਾਲ ਸਰੀਰ ਵਿੱਚ ਗਰਮੀ ਪੈਦਾ ਹੁੰਦੀ ਹੈ ਉੱਥੇ ਸੈੱਲ ਵੀ ਬੇਜਾਨ ਹੋ ਜਾਂਦੇ ਹਨ। ਇਹਨਾਂ ਨੂੰ ਮੁੜ ਸੁਰਜੀਤ ਕਰਨ ਲਈ ਭੋਜਨ ਦੀ ਲੋੜ ਪੈਂਦੀ ਹੈ। ਪੰਜਵਾਂ ਅਸੀਂ ਕਹਿ ਸਕਦੇ ਹਾਂ ਸਰੀਰਕ ਪ੍ਰਣਾਲੀਆਂ ਠੀਕ ਢੰਗ ਨਾਲ ਕੰਮ ਕਰਨ ਦੀ ਲੱਗਦੀਆਂ ਹਨ। ਸਰੀਰ ਦੇ ਵਿੱਚ ਜੋ ਅੰਗ ਹਨ ਇਹਨਾਂ ਦਾ ਆਪਣਾ ਆਪਣਾ ਕੰਮ ਕਰਦੇ ਰਹਿੰਦੀਆਂ ਹਨ। ਕਈ ਅੰਗਾਂ ਨੂੰ ਮਿਲਾ ਕੇ ਇੱਕ ਪ੍ਰਣਾਲੀ ਬਣ ਜਾਂਦੀ ਹੈ, ਸੋ ਆਪਣਾ ਸਾਰਾ ਕੰਮ ਕਰਦੀਆਂ ਹਨ। ਜੋ ਸਰੀਰ ਵਿੱਚੋਂ ਇਹੋ ਜਿਹੀਆਂ ਕਈ ਪ੍ਰਣਾਲੀਆਂ ਹਨ ਜਿਵੇਂ ਲਹੂ ਚੱਕਰ ਪ੍ਰਣਾਲੀ, ਭੋਜਨ ਪ੍ਰਣਾਲੀ, ਸਾਹ ਪ੍ਰਣਾਲੀ ਆਦਿ। ਇਹ ਸਾਰੀਆਂ ਜੋ ਪ੍ਰਣਾਲੀਆਂ ਹਨ ਇਹ ਭੋਜਨ ਦੁਆਰਾ ਹੀ ਸਾਡੇ ਕੰਮ ਕਰਦੀਆਂ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਸੰਤੁਲਿਤ ਭੋਜਨ ਤੋਂ ਕੀ ਭਾਵ ਹੈ। ਬੱਚਿਓ, ਸੰਤੁਲਿਤ ਭੋਜਨ ਉਹ ਭੋਜਨ ਹੁੰਦਾ ਹੈ ਜਿਸ ਵਿੱਚ ਲੋੜੀਂਦੇ ਸਾਰੇ ਤੱਤ ਮੌਜੂਦ ਹੁੰਦੇ ਹਨ, ਜਿਵੇਂ ਪ੍ਰੋਟੀਨ, ਵਿਟਾਮਿਨਸ, ਕਾਰਬੋਹਾਈਡਰੇਟਸ, ਪਾਣੀ, ਚਿਕਨਾਈ, ਫੋਕਟ ਔਰ ਖਣਿਜ ਲੂਣ। ਹੁਣ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਪ੍ਰੋਟੀਨ ਬਾਰੇ। ਪ੍ਰੋਟੀਨ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਪਹਿਲਾਂ ਆਉਣਾ। ਪ੍ਰੋਟੀਨ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਗੰਧਕ ਅਤੇ ਫਾਸਫੋਰਸ ਰਸਾਇਣਕ ਮੇਲ ਨਾਲ ਇੱਕ ਮਿਸ਼ਰਤ ਪਦਾਰਥ ਬਣਾਉਂਦੇ ਹਨ। ਬੱਚਿਓ, ਪ੍ਰੋਟੀਨ ਜੋ ਹੈ ਉਹ ਦੋ ਪ੍ਰਕਾਰ ਦਾ ਹੁੰਦਾ ਹੈ, ਬਨਸਪਤੀ ਪ੍ਰੋਟੀਨ ਔਰ ਪਸ਼ੂ ਪ੍ਰੋਟੀਨ। ਜੋ ਸਾਨੂੰ ਬਨਸਪਤੀ ਤੋਂ ਮਿਲਦਾ ਹੈ ਜਿਵੇਂ ਸੋਇਆਬੀਨ, ਮੂੰਗਫਲੀ, ਮਸਰ, ਲੋਬੀਆ ਆਦਿ, ਔਰ ਪਸ਼ੂ ਪ੍ਰੋਟੀਨ ਜੋ ਪਸ਼ੂਆਂ ਤੋਂ ਮਿਲਦਾ ਹੈ ਜਿਵੇਂ ਪਨੀਰ, ਮਾਂਸ, ਅੰਡਾ, ਦੁੱਧ, ਦਹੀਂ ਆਦਿ। ਅੱਗੇ ਬੱਚਿਓ, ਪ੍ਰੋਟੀਨ ਦੇ ਸਾਨੂੰ ਕੀ ਲਾਭ ਹਨ? ਪ੍ਰੋਟੀਨ ਦਾ ਮੁੱਖ ਲਾਭ ਸਰੀਰ ਦਾ ਵਾਧਾ ਅਤੇ ਵਿਕਾਸ ਕਰਨਾ ਹੈ। ਸਰੀਰ ਦੇ ਵਿੱਚ ਕੰਮ ਕਰਨ ਨਾਲ ਸੈੱਲਾਂ ਦੀ ਜੋ ਟੁੱਟ ਭੱਜ ਹੋ ਜਾਂਦੀ ਹੈ ਉਹਨਾਂ ਦੀ ਮੁਰੰਮਤ ਵੀ ਪ੍ਰੋਟੀਨ ਕਰਦਾ ਹੈ। ਸਰੀਰ ਦਾ ਸਾਰਾ ਤਾਪਮਾਨ ਠੀਕ ਪੱਧਰ 'ਤੇ ਪ੍ਰੋਟੀਨ ਰੱਖਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰੋਟੀਨ ਦੀ ਘੱਟ ਮਾਤਰਾ ਦੇ ਨੁਕਸਾਨ ਕੀ ਨੇ। ਬੱਚਿਓ, ਜੇਕਰ ਅਸੀਂ ਪ੍ਰੋਟੀਨ ਦੀ ਘੱਟ ਮਾਤਰਾ ਲੈਂਦੇ ਹਾਂ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, ਜਿਵੇਂ ਕਿ ਕਾਵਾਸੀਓਰਕਰ,
ਪ੍ਰੋਟੀਨ ਦੀ ਘਾਟ ਨਾਲ 1 ਸਾਲ ਤੋਂ 3 ਸਾਲ ਦੇ ਬੱਚਿਆਂ ਨੂੰ ਇਹ ਬਿਮਾਰੀ ਲੱਗਦੀ ਹੈ। ਦੂਸਰਾ ਹੈ ਸੋਕਾ। ਇਸ ਰੋਗ ਵਿੱਚ ਬੱਚਾ ਪਤਲਾ ਤੇ ਕਮਜ਼ੋਰ ਹੋ ਜਾਂਦਾ ਹੈ। ਤੀਸਰਾ ਰੋਗ ਹੈ ਭੁੱਖ ਕਾਰਨ ਸੋਜ ਹੋ ਜਾਂਦੀ ਹੈ। ਭੁੱਖੇ ਰਹਿਣ ਨਾਲ ਪ੍ਰੋਟੀਨ ਦੀ ਘਾਟ ਨਾਲ ਮਨੁੱਖ ਦੇ ਸਰੀਰ ਵਿੱਚ ਖੁਰਾਕ ਘੱਟ ਪਹੁੰਚਦੀ ਹੈ ਅਤੇ ਸੈੱਲਾਂ ਵਿੱਚ ਪਾਣੀ ਦੀ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਤਾਂ ਸਾਰਾ ਸਰੀਰ ਸੁੱਜ ਜਾਂਦਾ ਹੈ। ਪਲੈਗਰਾ ਜਾਂ ਜਿਗਰ ਦੀ ਖਰਾਬੀ, ਆਹ ਜਿਹੜੀਆਂ ਪ੍ਰੋਬਲਮਸ ਨੇ ਇਹ ਪ੍ਰੋਟੀਨ ਦੀ ਘਾਟ ਕਾਰਨ ਹੋ ਜਾਂਦੀਆਂ ਹਨ। ਪਰ ਜੇਕਰ ਅਸੀਂ ਪ੍ਰੋਟੀਨ ਦੀ ਵੱਧ ਮਾਤਰਾ ਲੈਂਦੇ ਹਾਂ ਤਾਂ ਕੀ ਨੁਕਸਾਨ ਹੈ? ਪ੍ਰੋਟੀਨ ਨੂੰ ਸਰੀਰ ਵਿੱਚ ਇਕੱਠਾ ਨਹੀਂ ਕੀਤਾ ਜਾ ਸਕਦਾ। ਪ੍ਰੋਟੀਨ ਦੀ ਮਾਤਰਾ ਸਰੀਰ ਵਿੱਚ ਰਚਦੀ ਨਹੀਂ। ਇਹ ਗੁਰਦਿਆਂ ਰਾਹੀਂ ਯੂਰੀਆ ਦੀ ਸ਼ਕਲ ਵਿੱਚ ਖਾਰਜ ਹੁੰਦੀ ਹੈ, ਜਿਸ ਨਾਲ ਗੁਰਦੇ ਅਤੇ ਅਯੋਗ ਗੁਰਦਿਆਂ 'ਤੇ ਜ਼ਿਆਦਾ ਬੋਝ ਪੈਂਦਾ ਹੈ ਅਤੇ ਗੁਰਦਿਆਂ ਦੀਆਂ ਕਈ ਬਿਮਾਰੀਆਂ ਲੱਗ ਸਕਦੀਆਂ ਹਨ। ਸੋ ਸਾਨੂੰ ਪ੍ਰੋਟੀਨ ਦੀ ਲੋੜੀਂਦੀ ਮਾਤਰਾ ਹੀ ਲੈਣੀ ਚਾਹੀਦੀ ਹੈ। ਲੋੜੀਂਦੀ ਮਾਤਰਾ ਕਿੰਨੀ ਹੈ ਜੋ ਸਾਨੂੰ ਲੋੜ ਚਾਹੀਦੀ ਹੈ? ਬੱਚਿਓ, ਇੱਕ ਆਮ ਆਦਮੀ ਨੂੰ 70 ਤੋਂ 100 ਗ੍ਰਾਮ ਤੱਕ ਰੋਜ਼ਾਨਾ ਪ੍ਰੋਟੀਨ ਦੀ ਮਾਤਰਾ ਲੈਣੀ ਚਾਹੀਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਅੱਗੇ ਕਾਰਬੋਹਾਈਡਰੇਟਸ ਦੀ। ਇਹ ਸਰੀਰ ਨੂੰ ਸਭ ਤੋਂ ਵੱਧ ਸ਼ਕਤੀ ਅਤੇ ਗਰਮੀ ਦੇਣ ਵਾਲੀ ਚੀਜ਼ ਹੈ। ਜੇ ਜ਼ਿਆਦਾ ਮਿਕਦਾਰ ਵਿੱਚ ਲੈ ਲਈ ਜਾਵੇ ਤਦ ਇਸ ਦੀ ਚਰਬੀ ਵੀ ਬਣ ਜਾਂਦੀ ਹੈ ਅਤੇ ਇਹ ਸਰੀਰ ਵਿੱਚ ਇਕੱਠੀ ਹੋ ਸਕਦੀ ਹੈ। ਜੇ ਪੇਟ ਭਰ ਕੇ ਖਾ ਲਿਆ ਜਾਵੇ ਤਦ ਕਾਰਬੋਹਾਈਡਰੇਟਸ ਦੀ ਕਮੀ ਨਹੀਂ ਰਹਿੰਦੀ। ਇਹ ਸਾਰੀਆਂ ਸ਼ਕਤੀਆਂ ਦਾਣੇ ਵਾਲੀਆਂ ਚੀਜ਼ਾਂ ਤੋਂ ਮਿਲ ਜਾਂਦੀਆਂ ਹਨ। ਇਸ ਲਈ ਭਾਰਤੀਆਂ ਦੀ ਖੁਰਾਕ ਵਿੱਚ 70 ਤੋਂ 80% ਹਿੱਸਾ ਇਸ ਤੱਤ ਦਾ ਹੁੰਦਾ ਹੈ। ਇਸ ਦੇ ਸੋਮੇ ਹਨ ਖੰਡ, ਗੁੜ, ਜਵਾਰ, ਛੋਲੇ, ਜੌਂ, ਸ਼ਹਿਦ, ਮਸਰ ਆਦਿ। ਸੋ ਬੱਚਿਓ, ਇਸ ਦੇ ਸਾਨੂੰ ਲਾਭ ਕੀ ਹਨ? ਕਾਰਬੋਹਾਈਡਰੇਟਸ ਨਾਲ ਸਰੀਰ ਨੂੰ ਸ਼ਕਤੀ ਮਿਲਦੀ ਹੈ। ਇਸ ਨਾਲ ਮਿਲ ਕੇ ਸਰੀਰ ਵਿੱਚ ਥੰਧਿਆਈ ਵਾਲੀਆਂ ਚੀਜ਼ਾਂ ਜਿਵੇਂ ਤੇਲ ਅਤੇ ਘਿਓ ਖਾਣਾ ਹੋਵੇ ਤਦ ਇਕੱਲਾ ਖਾਣ ਨਾਲ ਮਿਹਦੇ ਨੂੰ ਕੰਮ ਕਰਨ ਵਿੱਚ ਕਠਿਨਾਈ ਹੁੰਦੀ ਹੈ। ਪਰ ਜੇਕਰ ਥੰਧਿਆਈ ਨੂੰ ਆਟੇ ਜਾਂ ਮਿੱਠੀ ਚੀਜ਼ ਨਾਲ ਮਿਲਾ ਕੇ ਖਾ ਲਈਏ ਤਦ ਜਲਦੀ ਹਜਮ ਹੋ ਜਾਂਦਾ ਹੈ। ਮਿਹਦੇ ਅਤੇ ਆਂਤੜੀਆਂ ਦੀ ਸਫਾਈ ਲਈ ਇਹ ਬਹੁਤ ਜ਼ਰੂਰੀ ਹੈ। ਅੱਗੇ ਗੱਲ ਕਰਦੇ ਹਾਂ ਕਾਰਬੋਹਾਈਡਰੇਟਸ ਦੇ ਘਾਟ ਦੇ ਕੀ ਨੁਕਸਾਨ ਨੇ। ਜੇਕਰ ਸਰੀਰ ਨੂੰ ਕਾਰਬੋਹਾਈਡਰੇਟਸ ਪੂਰੀ ਮਿਕਦਾਰ ਵਿੱਚ ਨਾ ਮਿਲੇ ਤਾਂ ਪ੍ਰੋਟੀਨ ਬਹੁਤ ਮਿਕਦਾਰ ਵਿੱਚ ਬਣ ਜਾਂਦੇ ਹਨ। ਦੂਸਰਾ ਆਪਾਂ ਕਹਿ ਸਕਦੇ ਹਾਂ ਕਾਰਬੋਹਾਈਡਰੇਟਸ ਦੇ ਘੱਟ ਖਾਣ ਨਾਲ ਸਰੀਰ ਵਿੱਚ ਕਾਫੀ ਥੰਧਿਆਈ ਹੋ ਜਾਂਦੀ ਹੈ ਅਤੇ ਹਜਮ ਨਹੀਂ ਹੁੰਦੀ ਅਤੇ ਮੋਟਾਪਾ ਹੋ ਜਾਂਦਾ ਹੈ। ਆਂਤੜੀਆਂ ਦੀ ਸਫਾਈ ਪੂਰੀ ਤਰੀਕੇ ਨਾਲ ਨਹੀਂ ਹੁੰਦੀ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜੇਕਰ ਕਾਰਬੋਹਾਈਡਰੇਟਸ ਦੀ ਵੱਧ ਮਾਤਰਾ ਖਾ ਲਈ ਜਾਵੇ ਤਾਂ ਕੀ ਹੋਊਗਾ? ਸਰੀਰ 'ਤੇ ਮੋਟਾਪਾ ਆ ਜਾਂਦਾ ਹੈ, ਜਿਸ ਕਰਕੇ ਮੋਟਾਪੇ ਦੇ ਨਾਲ ਸਾਨੂੰ ਕਈ ਰੋਗ ਲੱਗ ਜਾਂਦੇ ਹਨ, ਜਿਵੇਂ ਸ਼ੂਗਰ ਵਗੈਰਾ ਜਾਂ ਜੋੜਾਂ ਦੇ ਦਰਦਾਂ ਦੇ ਪ੍ਰੋਬਲਮਸ ਵੀ ਹੋ ਜਾਂਦੀਆਂ ਹਨ। ਅੱਗੇ ਸਾਨੂੰ ਕਾਰਬੋਹਾਈਡਰੇਟਸ ਦੀ ਕਿੰਨੀ ਮਾਤਰਾ ਲੈਣੀ ਚਾਹੀਦੀ ਹੈ? ਬੱਚਿਓ, ਇੱਕ ਆਮ ਆਦਮੀ ਨੂੰ ਇੱਕ ਦਿਨ ਦੇ ਵਿੱਚ 400 ਤੋਂ ਲੈ ਕੇ 700 ਗ੍ਰਾਮ ਤੱਕ ਕਾਰਬੋਹਾਈਡਰੇਟਸ ਦੀ ਮਾਤਰਾ ਲੈਣੀ ਚਾਹੀਦੀ ਹੈ। ਅੱਗੇ ਗੱਲ ਕਰਦੇ ਹਾਂ ਹੁਣ ਅਸੀਂ ਚਰਬੀ ਦੀ, ਥੰਧਿਆਈ ਦੀ ਜਾਂ ਫੈਟਸ ਦੀ। ਬੱਚਿਓ, ਚਰਬੀ ਜੋ ਹੈ ਉਹ 2 ਪ੍ਰਕਾਰ ਦੀ ਹੁੰਦੀ ਹੈ। ਨੰਬਰ 1 ਪਸ਼ੂ ਚਰਬੀ, ਦੂਸਰੀ ਹੁੰਦੀ ਹੈ ਬਨਸਪਤੀ ਚਰਬੀ। ਪਸ਼ੂ ਚਰਬੀ ਪਸ਼ੂਆਂ ਤੋਂ ਮਿਲਦੀ ਹੈ, ਜਿਵੇਂ ਘੀ, ਮਾਸ, ਮੱਛੀ, ਆਂਡੇ ਆਦਿ ਤੋਂ। ਔਰ ਜੋ ਬਨਸਪਤੀ ਚਰਬੀ ਹੈ ਉਹ ਸਾਨੂੰ ਸਰੋਂ, ਮੂੰਗਫਲੀ, ਨਾਰੀਅਲ, ਅਖਰੋਟ, ਬਦਾਮ ਆਦਿ ਤੋਂ ਮਿਲਦੀ ਹੈ। ਅੱਗੇ ਗੱਲ ਕਰਦੇ ਹਾਂ ਅਸੀਂ ਚਿਕਨਾਈ ਦੇ ਲਾਭ ਕੀ ਨੇ ਸਾਨੂੰ ਜੋ ਅਸੀਂ ਚਰਬੀ ਖਾਂਦੇ ਹਾਂ? ਸਰੀਰ ਦੇ ਵਿੱਚ ਤਾਕਤ ਪੈਦਾ ਕਰਦੀ ਹੈ, ਸਰੀਰ ਦੇ ਸਾਰੇ ਅੰਗਾਂ ਨੂੰ ਬਾਹਰਲੀ ਚੋਟ ਤੋਂ ਬਚਾ ਕੇ ਰੱਖਦੀ ਹੈ। ਵਿਟਾਮਿਨ ਏ, ਡੀ, ਈ ਅਤੇ ਕੇ ਨੂੰ ਵੀ ਸਰੀਰਕ ਲੋੜ ਲਈ ਸੰਭਾਲਦੀ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਚਿਕਨਾਈ ਦੀ ਘਾਟ ਦੇ ਨੁਕਸਾਨ ਕੀ ਹਨ। ਜੇਕਰ ਅਸੀਂ ਚਰਬੀ ਘੱਟ ਖਾਂਦੇ ਹਾਂ ਤਾਂ ਕਈ ਨੁਕਸਾਨ ਹੁੰਦੇ ਹਨ। ਉਹਨਾਂ ਦਾ ਪਤਾ ਲਗਾਉਣ ਲਈ ਕਠਿਨ ਹੈ, ਕਿਉਂਕਿ ਕਾਰਬੋਹਾਈਡਰੇਟਸ ਅਤੇ ਪ੍ਰੋਟੀਨ ਵੀ ਕਿਸੇ ਹੱਦ ਤੱਕ ਚਿਕਨਾਈ ਵਿੱਚ ਬਦਲ ਜਾਂਦੇ ਹਨ। ਇਸ ਦੇ ਨਾਲ ਮੁੱਖ ਤੌਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਚਮੜੀ ਖੁਸ਼ਕ ਹੋ ਜਾਂਦੀ ਹੈ, ਵਿਟਾਮਿਨ ਏ, ਡੀ, ਈ ਅਤੇ ਕੇ ਦੀ ਕਮੀ ਹੋ ਜਾਂਦੀ ਹੈ। ਚਿਕਨਾਈ ਤਿਆਬਾਂ ਦੀ ਘਾਟ ਨਾਲ ਚਮੜੀ ਖੁਸ਼ਕ ਰਹਿੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇਹਦੇ ਵਾਧੇ ਦੇ ਕੀ ਨੁਕਸਾਨ ਨੇ। ਜੇਕਰ ਅਸੀਂ ਜ਼ਿਆਦਾ ਮਾਤਰਾ ਵਿੱਚ ਖਾ ਲਈ ਜਾਵੇ, ਚਿਕਨਾਈ ਦੀ ਵੱਧ ਵਰਤੋਂ ਦੇ ਵੀ ਨੁਕਸਾਨ ਨੇ, ਜਿਵੇਂ ਕਿ ਮੋਟਾਪੇ ਨਾਲ ਸਰੀਰ ਬੇਡੋਲ ਹੋ ਜਾਂਦਾ ਹੈ। ਪਸ਼ੂ ਚਰਬੀ ਲੋੜ ਤੋਂ ਵੱਧ ਖਾਧੀ ਜਾਵੇ ਤਦ ਲਹੂ ਵਿੱਚ ਕੋਲੈਸਟਰੋਲ ਵੱਧ ਜਾਂਦਾ ਹੈ। ਪਿੱਤੇ ਵਿੱਚ ਕੋਲੈਸਟਰੋਲ ਅਧਿਕ ਮਾਤਰਾ ਵਿੱਚ ਇਕੱਠਾ ਹੋਣ ਨਾਲ ਪਿੱਤੇ ਵਿੱਚ ਪੱਥਰੀ ਬਣ ਜਾਂਦੀ ਹੈ, ਹਾਜ਼ਮਾ ਖਰਾਬ ਹੋ ਜਾਂਦਾ ਹੈ। ਸੋ ਸਾਨੂੰ ਇਸ ਦੀ ਕਿੰਨੀ ਲੋੜੀਂਦੀ ਮਾਤਰਾ ਖਾਣੀ ਚਾਹੀਦੀ ਹੈ? ਬੱਚਿਓ, ਸਾਨੂੰ 50 ਗ੍ਰਾਮ ਤੋਂ 75 ਗ੍ਰਾਮ ਤੱਕ ਚਰਬੀ ਦੀ ਮਾਤਰਾ ਜੋ ਹੈ ਉਹ ਖਾਣੀ ਚਾਹੀਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਅੱਗੇ ਖਣਿਜ ਲੂਣ ਦੀ। ਸਾਡੇ ਸਰੀਰ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਈ ਅਤੇ ਪਾਣੀ ਦੀ ਮਾਤਰਾ 96% ਹੁੰਦੀ ਹੈ ਅਤੇ ਬਾਕੀ 4% ਖਣਿਜ ਲੂਣ ਹੀ ਹੁੰਦੇ ਹਨ।
ਸਰੀਰ ਵਿੱਚ ਇਹਨਾਂ ਖਣਿਜ ਲੂਣਾਂ ਦੀ ਵਧੇਰੇ ਜ਼ਰੂਰਤ ਹੈ, ਜਿਵੇਂ ਕੈਲਸ਼ੀਅਮ, ਫਾਸਫੋਰਸ, ਸੋਡੀਅਮ, ਕਲੋਰੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਮੈਗਨੀਜ਼, ਕਾਪਰ ਆਦਿ। ਜੋ ਹੋਰ ਖਣਿਜ ਲੂਣ ਪਾਏ ਜਾਂਦੇ ਹਨ, ਇਹਨਾਂ ਦੀ ਮਾਤਰਾ ਬਹੁਤ ਘੱਟ ਹੈ। ਵੱਖ-ਵੱਖ ਮਾਤਰਾ ਵਿੱਚ ਭੋਜਨ ਵਿੱਚ ਇਹ ਸਾਨੂੰ ਮਿਲ ਜਾਂਦੇ ਹਨ। ਇਹਦੇ ਪ੍ਰਾਪਤੀ ਦੇ ਸੋਮੇ ਕੀ ਹਨ, ਜਿਵੇਂ ਕਿ ਤੁਸੀਂ ਪਿਕਚਰ ਵਿੱਚ ਵੀ ਦੇਖ ਸਕਦੇ ਹੋ। ਇਹ ਸਾਨੂੰ ਸਬਜ਼ੀਆਂ ਤੋਂ ਮੀਟ, ਫਲ, ਅੰਡਾ, ਮੱਛੀ, ਦੁੱਧ, ਲੋਹੇ ਦੀ ਮਾਤਰਾ ਘੱਟ ਹੈ, ਪਰ ਹੋਰ ਸਾਰੇ ਖਣਿਜ ਲੂਣ ਜੋ ਨੇ ਸਾਨੂੰ ਇਹਨਾਂ ਤੋਂ ਪ੍ਰਾਪਤ ਹੁੰਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਖਣਿਜ ਲੂਣ ਦੇ ਵਾਧੇ ਦੇ ਲਾਭ ਕੀ ਨੇ ਸਾਨੂੰ। ਦੰਦਾਂ ਅਤੇ ਹੱਡੀਆਂ ਦਾ ਵਾਧਾ ਕਰਦੇ ਹਨ, ਇਹਨਾਂ ਨੂੰ ਮਜ਼ਬੂਤ ਕਰਦੇ ਹਨ। ਪੱਠਿਆਂ ਅਤੇ ਤੰਤੂਆਂ ਦਾ ਵਾਧਾ ਕਰਦੇ ਹਨ, ਇਹਨਾਂ ਵਿੱਚ ਪ੍ਰੋਟੀਨ ਗੰਧਕ ਹੁੰਦੀ ਹੈ। ਖੂਨ ਦਾ ਲਾਲ ਰੰਗ ਇਹਨਾਂ ਨਾਲ ਹੀ ਬਣਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜੇਕਰ ਖਣਿਜ ਲੂਣ ਘੱਟ ਮਾਤਰਾ ਵਿੱਚ ਲਏ ਜਾਣ ਜਾਂ ਇਹਦੀ ਘਾਟ ਹੋ ਜੇ ਤਾਂ ਕੀ ਨੁਕਸਾਨ ਹੈ। ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ। ਬੱਚਿਆਂ ਦੀਆਂ ਹੱਡੀਆਂ ਵਿੰਗੀਆਂ ਹੋ ਜਾਂਦੀਆਂ ਹਨ। ਲੋਹੇ ਦੀ ਕਮੀ ਨਾਲ ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ, ਜਾਂ ਆਇਓਡੀਨ ਦੀ ਕਮੀ ਨਾਲ ਗਰਦਨ ਵਿੱਚ ਗਿੱਲੜ ਹੋ ਜਾਂਦਾ ਹੈ। ਸੋ ਬੱਚਿਓ, ਅੱਗੇ ਆਪਾਂ ਗੱਲ ਕਰਦੇ ਹਾਂ ਪਾਣੀ ਦੀ। ਸਾਡੇ ਸਰੀਰ ਵਿੱਚ 2/3% ਹਿੱਸਾ ਪਾਣੀ ਹੁੰਦਾ ਹੈ। ਇਸ ਦੀ ਸਰੀਰਕ ਲੋੜ ਹਵਾ ਤੋਂ ਦੂਜੇ ਦਰਜੇ 'ਤੇ ਹੁੰਦੀ ਹੈ। ਖੁਰਾਕ ਨਾ ਖਾਈਏ ਤਦ ਮਹੀਨੇ ਤੱਕ ਤੋਂ ਵੱਧ ਜਿੰਦਾ ਰਹਿ ਸਕਦੇ ਹਾਂ, ਪਰ ਜੇ ਪਾਣੀ ਨਾ ਮਿਲੇ ਤਾਂ ਕੁਝ ਦਿਨਾਂ ਤੱਕ ਹੀ ਜਿਉਂਦੇ ਰਹਿ ਸਕਦੇ ਹਾਂ। ਸਰੀਰ ਦੇ ਸਾਰੇ ਪਾਣੀ ਦਾ 2/3 ਹਿੱਸਾ ਸੈੱਲਾਂ ਦੇ ਵਿੱਚ ਹੁੰਦਾ ਹੈ। 1/3 ਹਿੱਸਾ ਸੈੱਲਾਂ ਦੇ ਵਿਚਕਾਰ ਜਾਂ ਲਹੂ ਵਿੱਚ ਹੁੰਦਾ ਹੈ। ਇਹ ਆਕਸੀਜਨ ਅਤੇ ਹਾਈਡਰੋਜਨ ਦੇ ਮੇਲ ਨਾਲ ਬਣਿਆ ਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਪਾਣੀ ਦੇ ਸੋਮੇ। ਪਾਣੀ ਸਾਨੂੰ ਕੀ ਖੁਰਾਕ ਦੇ ਤੱਤ ਜਾਂ ਦੁੱਧ, ਫਲ, ਸਬਜ਼ੀਆਂ ਆਦਿ ਤੋਂ ਖਾਲਸ ਰੂਪ ਵਿੱਚ ਮਿਲ ਜਾਂਦਾ ਹੈ, ਭਾਵ ਕਿ ਸ਼ੁੱਧ ਰੂਪ ਵਿੱਚ ਮਿਲ ਜਾਂਦਾ ਹੈ। ਬੱਚਿਓ, ਪਾਣੀ ਦੇ ਸਾਨੂੰ ਲਾਭ ਕੀ ਨੇ? ਪਾਣੀ ਦੇ ਬਹੁਤ ਲਾਭ ਨੇ। ਸਰੀਰ ਦੇ ਸੈੱਲ ਪਾਣੀ ਦੀ ਮਦਦ ਨਾਲ ਬਣਦੇ ਹਨ। ਸਰੀਰ ਦੇ ਕੰਮ ਕਰਨ ਲਈ ਪਾਣੀ ਬਹੁਤ ਜ਼ਰੂਰੀ ਹੈ। ਅਸੀਂ ਜੋ ਭੋਜਨ ਖਾਂਦੇ ਹਾਂ ਉਹ ਪਾਣੀ ਸਹਾਰੇ ਹੀ ਹਜਮ ਹੁੰਦਾ ਹੈ। ਇਹ ਸਾਰੇ ਸਰੀਰ ਦੀ ਗਰਮੀ ਨੂੰ ਬਰਾਬਰ ਰੱਖਦਾ ਹੈ। ਪਾਣੀ ਰਾਹੀਂ ਖੁਰਾਕ ਦੇ ਤੱਤ ਲਹੂ ਵਿੱਚ ਮਿਲਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਪਾਣੀ ਜੇਕਰ ਘੱਟ ਪੀਏ ਤਾਂ ਕੀ ਨੁਕਸਾਨ ਹੈ। ਪਾਣੀ ਦੀ ਘੱਟ ਪੀਣ ਨਾਲ ਨੁਕਸਾਨ ਹੁੰਦੇ ਹਨ। ਖਾਧਾ ਹੋਇਆ ਖਾਣਾ ਚੰਗੀ ਤਰ੍ਹਾਂ ਪਚਦਾ ਨਹੀਂ। ਫਿਰ ਵੀ ਜੇ ਅਸੀਂ ਭੋਜਨ ਪਚ ਹੀ ਜਾਵੇ ਤਾਂ ਇਹਦੇ ਰਸ ਆਪਣੇ ਟਿਕਾਣੇ ਸੈੱਲਾਂ ਤੱਕ ਚੰਗੀ ਤਰੀਕੇ ਨਾਲ ਨਹੀਂ ਪੁੱਜਦੇ। ਕਬਜੀ ਹੋ ਜਾਂਦੀ ਹੈ। ਸਿਰ ਹਮੇਸ਼ਾ ਥੱਕਿਆ ਥੱਕਿਆ ਮਹਿਸੂਸ ਹੁੰਦਾ ਹੈ। ਮਨੁੱਖ ਗਰਮੀ ਮਹਿਸੂਸ ਕਰਦਾ ਹੈ। ਇਸ ਤਰੀਕੇ ਨਾਲ ਪਾਣੀ ਦੀ ਘਾਟ ਕਾਰਨ ਡੀਹਾਈਡਰੇਸ਼ਨ ਹੋ ਜਾਂਦੀ ਹੈ। ਜੋੜਾਂ ਦਾ ਦਰਦ ਹੋ ਜਾਂਦਾ ਹੈ। ਗੁਰਦਿਆਂ ਵਿੱਚ ਪੱਥਰੀ ਬਣ ਸਕਦੀ ਹੈ। ਅੱਗੇ ਗੱਲ ਕਰਦੇ ਹਾਂ ਜੇਕਰ ਪਾਣੀ ਜ਼ਿਆਦਾ ਮਾਤਰਾ ਵਿੱਚ ਪੀਤਾ ਜਾਵੇ ਤਾਂ ਕੀ ਨੁਕਸਾਨ ਨੇ। ਕਈ ਵਾਰ ਮਹਿਸੂਸ ਕਰਦੇ ਹਾਂ ਕਿ ਪਾਣੀ ਪੀਣ ਦੇ ਬਹੁਤ ਗੁਣ ਹਨ, ਤਦ ਬਹੁਤਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਾਂ। ਪਰ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਟੂ ਮੱਚ ਟੂ ਐਵਰੀਥਿੰਗ ਇਜ਼ ਬੈਡ। ਪਾਣੀ ਵੀ ਠੀਕ ਮਿਕਦਾਰ ਵਿੱਚ ਪੀਣਾ ਚਾਹੀਦਾ ਹੈ। ਜੇ ਅਸੀਂ ਸਾਰਾ ਦਿਨ ਬਹੁਤਾ ਪਾਣੀ ਪੀਂਦੇ ਜਾਈਏ ਤਦ ਮਿਹਦਾ ਭਰਿਆ ਰਹਿੰਦਾ ਹੈ ਅਤੇ ਭੁੱਖ ਘੱਟ ਲੱਗਦੀ ਹੈ। ਖਾਣਾ ਖਾਣ ਸਮੇਂ ਜੇ ਨਾਲ ਨਾਲ ਪਾਣੀ ਪੀਂਦੇ ਰਹੀਏ ਤਦ ਖਾਣਾ ਜਲਦੀ ਹਜਮ ਨਹੀਂ ਹੁੰਦਾ। ਪਾਣੀ ਵੱਧ ਪੀਣ ਦੇ ਮੌਕੇ ਘੱਟ ਹੀ ਆਉਂਦੇ ਹਨ। ਇਸ ਲਈ ਪਾਣੀ ਘੱਟ ਪੀਣ ਦੇ ਨੁਕਸਾਨ ਤੋਂ ਬਹੁਤੇ ਚੇਤੰਨ ਰਹਿਣ ਦੀ ਲੋੜ ਪੈਂਦੀ ਹੈ। ਸੋ ਸਾਨੂੰ ਪਾਣੀ ਦੀ ਕਿੰਨੀ ਮਾਤਰਾ ਲੈਣੀ ਚਾਹੀਦੀ ਹੈ, ਲੋੜੀਂਦੀ ਮਾਤਰਾ ਸਾਡੀ ਕੀ ਹੈ। ਸੋ ਬੱਚਿਓ, ਮੌਸਮ ਅਤੇ ਕੰਮ ਦੇ ਅਨੁਸਾਰ ਜੋ ਹੈ ਪਾਣੀ ਦੀ ਮਾਤਰਾ ਬਦਲਦੀ ਰਹਿੰਦੀ ਹੈ, ਪਰ ਫਿਰ ਵੀ ਪਾਣੀ ਦੀ ਪਿਆਸ ਪੂਰੀ ਤਰ੍ਹਾਂ ਕਰ ਲੈਣਾ ਹੀ ਪਾਣੀ ਦੀ ਠੀਕ ਮਾਤਰਾ ਹੈ। ਆਮ ਕਰਕੇ ਇੱਕ ਦਿਨ ਵਿੱਚ 5 ਤੋਂ 6 ਗਲਾਸ ਪਾਣੀ ਪੀ ਲੈਣੇ ਚਾਹੀਦੇ ਹਨ। ਹੁਣ ਅਸੀਂ ਗੱਲ ਕਰਦੇ ਹਾਂ ਬੱਚਿਓ ਸਾਡੇ ਅਗਲੇ ਟੌਪਿਕ ਵਿਟਾਮਿਨ ਦੇ ਬਾਰੇ 'ਤੇ। ਸੰਤੁਲਿਤ ਭੋਜਨ ਵਿੱਚ ਕਿਹੜੇ ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ, ਜਿਵੇਂ ਕਿ ਉਹਦੇ ਵਿੱਚ ਇੱਕ ਹੈ ਅਗਲਾ ਵਿਟਾਮਿਨ ਆ ਜਾਂਦਾ ਸਾਡਾ। ਵਿਟਾਮਿਨ ਕਈ ਪ੍ਰਕਾਰ ਦੇ ਨੇ, A, B, C, D, E ਅਤੇ K, ਔਰ B ਦੇ ਅੱਗੇ ਸਬ ਕੈਟਾਗਰੀਜ਼ ਹੋ ਜਾਂਦੀਆਂ ਨੇ। ਵਿਟਾਮਿਨ ਸਾਡੇ ਭਾਰ ਵਿੱਚ ਵਿਟਾਮਿਨ ਬਹੁਤ ਥੋੜ੍ਹੀ ਮਿਕਦਾਰ ਵਿੱਚ ਪਾਏ ਜਾਂਦੇ ਹਨ। ਭਾਵੇਂ ਮਿਕਦਾਰ ਬਹੁਤ ਘੱਟ ਹੁੰਦੀ ਹੈ, ਪਰ ਇਹਨਾਂ ਦੇ ਕੰਮ ਬਹੁਤ ਜ਼ਰੂਰੀ ਹਨ। ਇਹਨਾਂ ਬਿਨਾਂ ਸਰੀਰ ਦਾ ਕੋਈ ਕੰਮ ਨਹੀਂ ਹੋ ਸਕਦਾ। ਵਿਟਾਮਿਨ ਰਹਿਤ ਭੋਜਨ ਸੰਤੁਲਿਤ ਭੋਜਨ ਨਹੀਂ ਅਖਵਾ ਸਕਦਾ। ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਵਿਟਾਮਿਨ ਏ ਬਾਰੇ। ਇਹ ਚਰਬੀ ਭਾਵ ਥੰਧਿਆਈ ਵਿੱਚ ਘੁਲ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਟਾਮਿਨ ਦੇ ਅੱਗੇ ਪਹਿਲਾਂ ਪ੍ਰਾਪਤੀ ਦੇ ਸੋਮੇ ਕੀ ਨੇ। ਇਹ ਤਾਜ਼ੇ ਫਲਾਂ, ਸਬਜ਼ੀਆਂ ਜਿਵੇਂ ਕਿ ਸੰਤਰਾ, ਅਨਾਨਾਸ ਆਦਿ ਵਿੱਚੋਂ ਮਿਲ ਜਾਂਦਾ ਹੈ। ਵਿਟਾਮਿਨ ਦੇ ਲਾਭ ਕੀ ਨੇ ਬੱਚਿਓ। ਇਹ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ।
ਅੱਖਾਂ, ਮਿਹਦਾ, ਅੰਤੜੀਆਂ ਦੀਆਂ ਝਿੱਲੀਆਂ ਨੂੰ ਮਜ਼ਬੂਤ ਕਰਦਾ ਹੈ, ਛੂਤ ਦੇ ਰੋਗਾਂ ਤੋਂ ਬਚਾਉਂਦਾ ਹੈ। ਹੁਣ ਗੱਲ ਕਰਦੇ ਹਾਂ, ਜੇਕਰ ਇਸ ਦੀ ਅਸੀਂ ਸਹੀ ਮਾਤਰਾ ਨਾ ਲਈਏ, ਇਸ ਦੀ ਘਾਟ ਹੋ ਜੇ ਸਰੀਰ ਦੇ ਵਿੱਚ, ਤਾਂ ਇਸ ਦੇ ਕੀ ਨੁਕਸਾਨ ਨੇ। ਬੱਚਿਓ, ਇਸ ਦੀ ਕਮੀ ਨਾਲ ਅੰਧਰਾਤਾ ਹੋ ਜਾਂਦਾ ਹੈ, ਮਤਲਬ ਭਾਵ ਕਿ ਅੱਖਾਂ ਤੋਂ ਨਜ਼ਰ ਜੋ ਸਾਡੀ ਕਮਜ਼ੋਰ ਹੋ ਜਾਂਦੀ ਹੈ, ਚਮੜੀ ਖੁਸ਼ਕ ਹੋ ਜਾਂਦੀ ਹੈ, ਗਲਾ, ਨੱਕ, ਅੱਖਾਂ ਅਤੇ ਚਮੜੀ ਨੂੰ ਹਰ ਛੂਤ ਦੀ ਬਿਮਾਰੀ ਜਲਦੀ ਲੱਗਦੀ ਹੈ। ਸਾਡੀ ਇਮਿਊਨਿਟੀ ਪਾਵਰ ਹੈ ਜੋ ਘੱਟ ਹੋ ਜਾਂਦੀ ਹੈ, ਫੇਫੜੇ ਸਾਡੇ ਕਮਜ਼ੋਰ ਹੋ ਜਾਂਦੇ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਵਾਧਾ ਸਾਡਾ ਰੁਕ ਜਾਂਦਾ ਹੈ। ਹੁਣ ਅਸੀਂ ਅਗਲੇ ਵਿਟਾਮਿਨ ਦੀ ਗੱਲ ਕਰਦੇ ਹਾਂ, ਵਿਟਾਮਿਨ ਬੀ। ਇਹ ਪਾਣੀ ਵਿੱਚ ਘੁਲਣਸ਼ੀਲ ਹੈ। ਇਹ ਕਈ ਵਿਟਾਮਿਨਾਂ ਦਾ ਪਰਿਵਾਰ ਹੈ, ਜਿਵੇਂ ਵਿਟਾਮਿਨ B1, B2, B6, B12। ਇਸ ਨੂੰ ਵਿਟਾਮਿਨ ਬੀ ਕੰਪਲੈਕਸ ਵੀ ਆਖਿਆ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਟਾਮਿਨ ਬੀ ਦੇ ਸੋਮੇ ਕੀ ਕੀ ਨੇ। ਸਾਨੂੰ ਇਹ ਜੋ ਪੂਰਾ ਹੈ ਕੰਪਲੈਕਸ ਹੈ, ਕਿੱਥੋਂ ਕਿੱਥੋਂ ਮਿਲਦਾ ਹੈ। ਇਹ ਸਾਰੇ ਅਨਾਜ, ਛਿਲਕਿਆਂ ਵਾਲੀਆਂ ਦਾਲਾਂ, ਅਣਛਾਣੇ ਆਟੇ, ਜਵਾਰ, ਹੱਥਾਂ ਨਾਲ ਕੁੱਟੇ ਚਾਵਲ, ਸੋਇਆ ਬੀਨ, ਅੰਡੇ, ਮੀਟ, ਦੁੱਧ, ਦਹੀਂ, ਮੱਖਣ ਆਦਿ ਚੀਜ਼ਾਂ ਤੋਂ, ਸਲਾਦ ਤੋਂ ਖਾਸ ਤੌਰ ਇਹ ਸਾਨੂੰ ਵਿਟਾਮਿਨ ਜੋ ਹੈ ਬੀ ਉਹ ਮਿਲ ਜਾਂਦਾ ਹੈ। ਇਸ ਦੇ ਸਾਨੂੰ ਲਾਭ ਕੀ ਕੀ ਨੇ। ਦਿਮਾਗ ਨੂੰ ਸ਼ਕਤੀ ਦਿੰਦਾ ਹੈ, ਜਿਸ ਨਾਲ ਨਾੜੀ ਪ੍ਰਣਾਲੀ ਠੀਕ ਤਰ੍ਹਾਂ ਕੰਮ ਕਰਦੀ ਹੈ, ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਪਾਚਨ ਸ਼ਕਤੀ ਠੀਕ ਹੁੰਦੀ ਹੈ ਅਤੇ ਭੁੱਖ ਲੱਗਦੀ ਹੈ। ਬੱਚਿਆਂ ਨੂੰ ਵਧਣ ਵਿੱਚ ਸਹਾਈ ਹੁੰਦਾ ਹੈ। ਅੱਗੇ ਗੱਲ ਕਰਦੇ ਹਾਂ, ਇਸ ਦੀ ਘਾਟ ਦੇ ਨੁਕਸਾਨ ਕੀ ਨੇ। ਜੇਕਰ ਵਿਟਾਮਿਨ ਬੀ ਦੀ ਘਾਟ ਹੋ ਜੇ ਤਾਂ ਕੀ ਨੁਕਸਾਨ ਹੈ। ਨੰਬਰ 1 ਹੈ ਬੱਚਿਓ, ਭੁੱਖ ਘੱਟ ਲੱਗਦੀ ਹੈ, ਬੱਚਿਆਂ ਵਿੱਚ ਵਾਧਾ ਰੁਕ ਜਾਂਦਾ ਹੈ, ਬੇਰੀ ਰੋਗ ਅਤੇ ਚਮੜੀ ਦੇ ਕਈ ਰੋਗ ਹੋ ਜਾਂਦੇ ਹਨ, ਜੀਭ 'ਤੇ ਛਾਲੇ ਪੈ ਜਾਂਦੇ ਹਨ ਔਰ ਵਾਲ ਡਿੱਗਣ ਲੱਗਦੇ ਹਨ। ਅੱਗੇ ਅਸੀਂ ਹੁਣ ਗੱਲ ਕਰਦੇ ਹਾਂ ਸਾਡੇ ਅਗਲੇ ਵਿਟਾਮਿਨ ਸੀ ਦੀ। ਇਹ ਵਿਟਾਮਿਨ ਪਾਣੀ ਵਿੱਚ ਘੁਲਣਸ਼ੀਲ ਹੈ, ਅੱਗ ਅਤੇ ਧੁੱਪ ਨਾਲ ਨਸ਼ਟ ਹੋ ਜਾਂਦਾ ਹੈ, ਬੇਹੇ ਭੋਜਨ ਅਤੇ ਸੁੱਕੀਆਂ ਸਬਜ਼ੀਆਂ ਵਿੱਚ ਇਹ ਨਸ਼ਟ ਹੋ ਜਾਂਦਾ ਹੈ। ਸੋ ਇਸ ਦੀ ਪ੍ਰਾਪਤੀ ਦੇ ਸੋਮੇ ਕੀ ਨੇ ਬੱਚਿਓ। ਆਮ ਕਰਕੇ ਇਹ ਖੱਟੇ ਰਸਾਂ, ਫਲਾਂ ਵਿੱਚ, ਜਿਵੇਂ ਪਿਕਚਰ ਵਿੱਚ ਦੇਖ ਸਕਦੇ ਹੋ ਦਿਖਾਇਆ ਗਿਆ ਹੈ, ਨਿੰਬੂ, ਸੰਤਰਾ, ਅਨਾਨਾਸ, ਅਮਰੂਦ, ਮੌਲਟਾ, ਮਸੰਮੀ, ਅੰਬ ਆਦਿ ਵਿੱਚੋਂ ਸਾਨੂੰ ਇਹ ਵਿਟਾਮਿਨ ਸੀ ਹੈ ਜੋ ਉਹ ਮਿਲ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਟਾਮਿਨ ਸੀ ਦੇ ਲਾਭ ਕੀ ਨੇਗੇ। ਜ਼ੁਕਾਮ ਨੂੰ ਰੋਕਦਾ ਹੈ, ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ, ਦੰਦਾਂ ਅਤੇ ਮਸੂੜਿਆਂ ਨੂੰ ਮਜ਼ਬੂਤ ਕਰਦਾ ਹੈ, ਜ਼ਖਮਾਂ ਨੂੰ ਛੇਤੀ ਭਰਨ ਵਿੱਚ ਮਦਦਗਾਰੀ ਸਾਬਿਤ ਹੁੰਦਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਵਿਟਾਮਿਨ ਸੀ ਦੀ ਘਾਟ ਦੇ ਨੁਕਸਾਨ ਕੀ ਨੇ। ਇਸ ਦੀ ਘਾਟ ਨਾਲ ਦੰਦਾਂ ਨੂੰ ਪਾਇਓਰੀਆ ਰੋਗ ਲੱਗ ਜਾਂਦਾ ਹੈ, ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜ਼ਖਮ ਜਲਦੀ ਠੀਕ ਨਹੀਂ ਹੋ ਸਕਦੇ, ਅਨੀਮੀਆ ਹੋ ਜਾਂਦਾ ਹੈ, ਲਹੂ ਵਹਿਣਾ ਜਲਦੀ ਬੰਦ ਨਹੀਂ ਹੁੰਦਾ। ਸੋ ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਅਗਲੇ ਵਿਟਾਮਿਨ ਡੀ ਬਾਰੇ। ਇਹ ਚਰਬੀ ਵਿੱਚ, ਥੰਧਿਆਈ ਵਿੱਚ ਘੁਲਣਸ਼ੀਲ ਹੈ, ਗਰਮੀ ਨਾਲ ਨਸ਼ਟ ਹੋ ਜਾਂਦਾ ਹੈ, ਆਪਣੇ ਆਪ ਨੂੰ ਸਰੀਰ ਵਿੱਚ ਇਕੱਠਾ ਰੱਖ ਸਕਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਟਾਮਿਨ ਡੀ ਦੇ ਪ੍ਰਾਪਤੀ ਦੇ ਸੋਮੇ ਕੀ ਨੇ। ਇਹ ਬੱਚਿਓ ਸਾਨੂੰ ਦੁੱਧ, ਅੰਡੇ ਦੀ ਜ਼ਰਦੀ, ਮੱਛੀ ਦਾ ਤੇਲ, ਘਿਓ, ਕਲੇਜੀ, ਕਣਕ, ਨੰਗੇ ਸਰੀਰ ਉੱਤੇ ਸੂਰਜ ਦੀਆਂ ਜੇਕਰ ਕਿਰਨਾਂ ਪੈ ਜਾਣ ਤਾਂ ਵੀ ਸਰੀਰ ਵਿੱਚ ਇਹ ਦਾਖਲ ਹੋ ਜਾਂਦਾ ਹੈ। ਭਾਵ ਕਿ ਅਸੀਂ ਜੇਕਰ ਗੱਲ ਕਰੀਏ, ਸਾਡਾ ਕੁਐਸਚਨ ਕਿ ਸਾਨੂੰ ਵਿਟਾਮਿਨ ਬੀ ਮੁੱਖ ਤੌਰ 'ਤੇ ਫ੍ਰੀ ਵਿੱਚ ਕਿੱਥੋਂ ਮਿਲਦਾ ਹੈ, ਤਾਂ ਉਹ ਹੈ ਸੂਰਜ ਦੀ ਰੋਸ਼ਨੀ ਵਿੱਚੋਂ ਸਾਨੂੰ ਵਿਟਾਮਿਨ ਡੀ ਮਿਲਦਾ ਹੈ। ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵਿਟਾਮਿਨ ਡੀ ਦੀ ਘਾਟ ਦੇ ਨੁਕਸਾਨ ਕੀ ਕੀ ਨੇ। ਇਹ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜੇਕਰ ਵਿਟਾਮਿਨ ਡੀ ਦੀ ਘਾਟ ਹੋ ਜਾਵੇ, ਅਤੇ ਰਿਕਟਸ ਰੋਗ ਹੋ ਜਾਂਦਾ ਹੈ, ਦੰਦ ਠੀਕ ਸਮੇਂ 'ਤੇ ਨਹੀਂ ਨਿਕਲਦੇ, ਮਿਰਗੀ, ਹਿਸਟੀਰੀਆ ਅਤੇ ਸੋਕਾ ਜੋ ਰੋਗ ਹੈ ਉਹ ਹੋ ਜਾਂਦਾ ਹੈ, ਮਾਸਪੇਸ਼ੀਆਂ ਜੋ ਨੇ ਸਾਡੀਆਂ ਉਹ ਬੱਚਿਓ ਕਮਜ਼ੋਰ ਹੋ ਜਾਂਦੀਆਂ ਨੇ। ਹੁਣ ਅਸੀਂ ਗੱਲ ਕਰਦੇ ਹਾਂ ਸਾਡੇ ਅਗਲੇ ਵਿਟਾਮਿਨ ਈ ਬਾਰੇ। ਇਹ ਵਿਟਾਮਿਨ ਚਿਕਨਾਈ ਵਿੱਚ, ਭਾਵ ਕਿ ਚਰਬੀ ਵਿੱਚ ਘੁਲਣਸ਼ੀਲ ਹੈ। ਸੋ ਬੱਚਿਓ ਅੱਗੇ ਹੈ ਵਿਟਾਮਿਨ ਈ ਦੇ ਜੋ ਸੋਮੇ ਨੇ ਉਹ ਕੀ ਨੇ, ਸਾਨੂੰ ਇਹ ਵਿਟਾਮਿਨ ਕਿੱਥੋਂ ਮਿਲਦਾ ਹੈ। ਇਹ ਵਿਟਾਮਿਨ ਸਾਨੂੰ ਮੁੱਖ ਤੌਰ 'ਤੇ ਦੁੱਧ ਤੋਂ, ਘਿਓ ਤੋਂ, ਕਣਕ, ਮੱਕੀ, ਮਟਰ ਔਰ ਆਂਡਿਆਂ ਤੋਂ ਜੋ ਇਹ ਵਿਟਾਮਿਨ ਈ ਹੈ ਸਾਨੂੰ ਭਰਪੂਰ ਮਾਤਰਾ ਵਿੱਚ ਮਿਲ ਸਕਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਕਿ ਵਿਟਾਮਿਨ ਈ ਦੇ
ਲਾਭ ਕੀ ਨੇ ਸਾਡੇ ਸਰੀਰ ਨੂੰ। ਜੇਕਰ ਅਸੀਂ ਵਿਟਾਮਿਨ ਈ ਖਾਂਦੇ ਹਾਂ ਤਾਂ ਸਾਨੂੰ ਕੀ ਕੀ ਫਾਇਦੇ ਹਨ। ਇਹ ਉਤਪਾਦਨ ਸ਼ਕਤੀ ਨੂੰ ਵਧਾਉਂਦਾ ਹੈ। ਉਤਪਾਦਨ ਸ਼ਕਤੀ ਨੂੰ ਭਾਵ ਕਿ ਇਹ ਮਨੁੱਖੀ ਜਾਂ ਹੋਰ ਵਾਧੇ ਵਿਕਾਸ ਦੇ ਵਿੱਚ ਇਹ ਜਿਹੜਾ ਵਿਟਾਮਿਨ ਹੈ ਉਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ। ਹੁਣ ਬੱਚਿਓ ਅਸੀਂ ਗੱਲ ਕਰਦੇ ਹਾਂ ਕਿ ਇਸ ਵਿਟਾਮਿਨ ਦੀ ਘਾਟ ਦੇ ਕੀ ਕੀ ਨੁਕਸਾਨ ਹੋ ਸਕਦੇ ਹਨ। ਜੇਕਰ ਵਿਟਾਮਿਨ ਈ ਦੀ ਮਾਤਰਾ ਜੋ ਅਸੀਂ ਪ੍ਰੋਪਰ ਨਾ ਲਈਏ ਤਾਂ ਸਾਡੇ ਸਰੀਰ ਨੂੰ ਕੀ ਨੁਕਸਾਨ ਹੋਣਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਇਸ ਦੀ ਘਾਟ ਨਾਲ ਫੋੜੇ ਫਿੰਸੀਆਂ ਨਿਕਲਦੇ ਹਨ। ਤੁਸੀਂ ਆਮ ਹੀ ਦੇਖਿਆ ਹੋਊਗਾ ਕਿ ਛੋਟੇ ਬੱਚੇ ਜੋ ਹਨ ਉਹਨਾਂ ਦੇ ਫੋੜੇ ਫਿੰਸੀਆਂ ਬਹੁਤ ਨਿਕਲਦੇ ਹਨ। ਉਸ ਦਾ ਰੀਜ਼ਨ ਵੀ ਇਹੀ ਹੈ ਕਿ ਬੱਚੇ ਜੋ ਹਨ ਉਹ ਵਿਟਾਮਿਨ ਈ ਦੀ ਭਰਪੂਰ ਮਾਤਰਾ ਨਹੀਂ ਲੈਂਦੇ। ਦੂਸਰਾ ਅਸੀਂ ਕਹਿ ਸਕਦੇ ਹਾਂ ਕਿ ਇਸ ਦੀ ਕਮੀ ਨਾਲ ਬਾਝਪਨ ਦਾ ਕਾਰਨ ਵੀ ਹੋ ਸਕਦਾ ਹੈ। ਅਸੀਂ ਪਿੱਛੇ ਇਸ ਦੇ ਫਾਇਦਿਆਂ ਬਾਰੇ ਵੀ ਗੱਲ ਕੀਤੀ ਸੀ ਕਿ ਇਸ ਉਤਪਾਦਨ ਸ਼ਕਤੀ ਨੂੰ ਇਹ ਵਧਾਉਣ ਦਾ ਕੰਮ ਕਰਦਾ ਹੈ, ਪਰ ਜੇਕਰ ਇਸ ਦੀ ਭਰਪੂਰ ਮਾਤਰਾ ਲੋੜੀਂਦੀ ਮਾਤਰਾ ਨਾ ਲਈ ਜਾਵੇ ਤਾਂ ਇਹ ਬਾਝਪਨ ਦਾ ਕਾਰਨ ਵੀ ਹੋ ਸਕਦਾ ਹੈ। ਸੋ ਬੱਚਿਓ ਅੱਗੇ ਅਸੀਂ ਗੱਲ ਕਰਦੇ ਹਾਂ ਸਾਡੇ ਅਗਲੇ ਵਿਟਾਮਿਨ ਕੇ ਦੇ ਬਾਰੇ ਵਿੱਚ। ਇਹ ਵਿਟਾਮਿਨ ਜੋ ਹੈ ਉਹ ਚਰਬੀ ਵਿੱਚ ਘੁਲਣਸ਼ੀਲ ਹੈ। ਸੋ ਇਸ ਦੀ ਪ੍ਰਾਪਤੀ ਦੇ ਸੋਮੇ ਕੀ ਨੇ, ਭਾਵ ਕਿ ਸਾਨੂੰ ਇਹ ਵਿਟਾਮਿਨ ਕਿੱਥੋਂ ਕਿੱਥੋਂ ਮਿਲ ਸਕਦਾ ਹੈ, ਕੀ ਪ੍ਰਾਪਤੀ ਅਸੀਂ ਕਿੱਥੋਂ ਕਰ ਸਕਦੇ ਹਾਂ। ਸਭ ਤੋਂ ਮੁੱਖ ਹੈ ਮੱਛੀ ਜਾਂ ਮੱਛੀ ਦੇ ਤੇਲ ਤੋਂ। ਦੂਸਰਾ ਅਸੀਂ ਕਹਿ ਸਕਦੇ ਹਾਂ ਟਮਾਟਰਾਂ ਤੋਂ, ਬੰਦ ਗੋਭੀ, ਪਾਲਕ, ਸਾਗ ਸਬਜ਼ੀਆਂ ਵਿੱਚ ਇਹ ਜੋ ਹੈ ਸਾਨੂੰ ਭਰਪੂਰ ਮਾਤਰਾ ਵਿੱਚ ਮਿਲ ਜਾਂਦਾ ਹੈ। ਬੰਦ ਗੋਭੀ ਵਿੱਚ ਇਸ ਦੀ ਲੋੜੀਂਦੀ ਵਧੀਆ ਮਾਤਰਾ ਮੌਜੂਦ ਹੁੰਦੀ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇਸ ਦੀ ਘਾਟ ਦੇ ਵਿਟਾਮਿਨ ਦੇ ਲਾਭ ਕੀ ਕੀ ਨੇ। ਵਿਟਾਮਿਨ ਜੇਕਰ ਜਿਹੜਾ ਕੇ ਹੈ ਜੇਕਰ ਅਸੀਂ ਖਾਂਦੇ ਹਾਂ ਤਾਂ ਸਾਡੇ ਸਰੀਰ ਨੂੰ ਇਸ ਦੇ ਕੀ ਲਾਭ ਹੋਣਗੇ। ਬੱਚਿਓ ਇਹ ਲਹੂ ਜੰਮਣ ਦੀ ਕਿਰਿਆ ਵਿੱਚ ਬਹੁਤ ਜ਼ਰੂਰੀ ਹੈ। ਜਿਹੜਾ ਜਦੋਂ ਸਾਡੇ ਸਰੀਰ ਵਿੱਚੋਂ ਕਿਤੇ ਸੱਟ ਲੱਗ ਜਾਂਦੀ ਹੈ ਔਰ ਲਹੂ ਜੋ ਵਗਦਾ ਹੁੰਦਾ ਉਸ ਨੂੰ ਜੋ ਰੋਕਣ ਦਾ ਕੰਮ ਕਰਦਾ ਹੈ ਉਹ ਵਿਟਾਮਿਨ ਕੇ ਹੀ ਹੈ, ਜੋ ਕਿ ਮੁੱਖ ਰੂਪ ਵਿੱਚ ਸਾਡੇ ਸਰੀਰ ਦੇ ਵਿੱਚੋਂ ਵਗ ਰਹੇ ਲਹੂ ਨੂੰ ਰੋਕਣ ਦਾ ਕੰਮ ਕਰਦਾ ਹੈ। ਭਾਵ ਕਿ ਕਿਸੇ ਸੱਟ ਫੇਟ 'ਤੇ ਇੱਕ ਤਰ੍ਹਾਂ ਚਾਦਰ ਲੈ ਕੇ ਇਹ ਜਮ੍ਹਾਂ ਹੋ ਜਾਂਦਾ ਹੈ ਔਰ ਇਸ ਦੀ ਜਿਹੜੇ ਮੁੱਖ ਕੰਮ ਹੈ ਲਹੂ ਨੂੰ ਰੋਕਣਾ ਹੁੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਵਿਟਾਮਿਨ ਦੀ ਘਾਟ ਦੇ ਨੁਕਸਾਨ ਕੀ ਨੇ। ਜੇਕਰ ਵਿਟਾਮਿਨ ਕੇ ਦੀ ਘੱਟ ਮਾਤਰਾ ਖਾਈਏ ਤਾਂ ਸਾਡੇ ਸਰੀਰ ਨੂੰ ਕੀ ਕੀ ਨੁਕਸਾਨ ਹੋ ਸਕਦੇ ਹਨ। ਬੱਚਿਓ ਇਸ ਦੀ ਘਾਟ ਲਹੂ ਜੰਮਣ ਦੀ ਕਿਰਿਆ ਵਿੱਚ ਵਿਘਨ ਪਾਉਂਦੀ ਹੈ। ਆਪਾਂ ਪਿੱਛੇ ਵੀ ਗੱਲ ਕੀਤੀ ਹੈ, ਇਸ ਦਾ ਫਾਇਦਾ ਵੀ ਇਹੀ ਹੈ। ਜੇਕਰ ਅਸੀਂ ਵਿਟਾਮਿਨ ਕੇ ਘੱਟ ਮਾਤਰਾ ਵਿੱਚ ਖਾਵਾਂਗੇ ਤਾਂ ਸਾਡੇ ਸਰੀਰ ਵਿੱਚੋਂ ਲਹੂ ਦੀ ਮਾਤਰਾ ਵਗਦੀ ਰਹਿੰਦੀ ਹੈ। ਜਿਵੇਂ ਕਿ ਜ਼ਿਆਦਾਤਰ ਕਈਆਂ ਦੇ ਆਪਾਂ ਦੇਖਿਆ ਬੁੱਲ ਫਟ ਜਾਂਦੇ ਹਨ ਸਾਈਡਾਂ ਤੋਂ ਔਰ ਬਲੱਡ ਆ ਜਾਂਦਾ ਹੈ, ਉਸ ਦਾ ਕਾਰਨ ਵੀ ਵਿਟਾਮਿਨ ਕੇ ਦੀ ਕਮੀ ਹੈ। ਜਾਂ ਨੋਹਾਂ ਦੀ ਸਿਲਤਾਂ ਸਾਈਡਾਂ ਤੋਂ ਨਿਕਲਦੀਆਂ ਰਹਿੰਦੀਆਂ ਹਨ, ਉਸ ਦਾ ਰੀਜ਼ਨ ਵੀ ਵਿਟਾਮਿਨ ਕੇ ਦੀ ਕਮੀ ਹੈ। ਚਮੜੀ ਦੇ ਰੋਗ ਲੱਗੇ ਰਹਿੰਦੇ ਹਨ। ਜਿਹੜਾ ਵੀ ਬੱਚਾ ਵਿਟਾਮਿਨ ਜਿਹੜਾ ਕੇ ਹੈ ਉਹ ਭਰਪੂਰ ਮਾਤਰਾ ਵਿੱਚ ਲੋੜੀਂਦਾ ਨਹੀਂ ਲਊਗਾ ਤਾਂ ਉਸਦੇ ਕੀ ਹੈ ਖੂਨ ਦੀ ਜੋ ਰੋਕਥਾਮ ਹੈ ਉਹ ਪ੍ਰੋਪਰ ਜਿਹੜੀ ਹੈ ਸਰੀਰ ਵਿੱਚੋਂ ਨਹੀਂ ਹੋਵੇਗੀ। ਹੁਣ ਅਸੀਂ ਗੱਲ ਕਰਦੇ ਹਾਂ ਸਾਡਾ ਫੋਕਟ ਪਦਾਰਥ ਦੀ। ਫੋਕਟ ਕੀ ਨੇ? ਸਰੀਰ ਦੇ ਵਾਧੇ ਅਤੇ ਸ਼ਕਤੀ ਲਈ ਅਸੀਂ ਸੰਤੁਲਿਤ ਭੋਜਨ ਖਾਂਦੇ ਹਾਂ, ਜਿਨ੍ਹਾਂ ਵਿੱਚ ਭੋਜਨ ਦੇ ਸਾਰੇ ਤੱਤ ਠੀਕ ਮਾਤਰਾ ਵਿੱਚ ਹੋਣ ਕਰਕੇ, ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡਰੇਟਸ, ਚਿਕਨਾਈ, ਖਣਿਜ ਲੂਣ, ਪਾਣੀ ਅਤੇ ਵਿਟਾਮਿਨਸ। ਪਰ ਜੇਕਰ ਇਹ ਸਾਰੇ ਤੱਤ ਨਿਰੋਲ ਹੀ ਲਏ ਜਾਣ ਤਾਂ ਇਹਨਾਂ ਦਾ ਫਾਇਦਾ ਨਹੀਂ ਹੋ ਸਕਦਾ। ਸਰੀਰ ਵਿੱਚੋਂ ਇਹ ਜਿਸ ਗੰਦਗੀ ਨੇ ਬਾਹਰ ਨਿਕਲਣਾ ਹੈ ਉਹ ਵੀ ਨਹੀਂ ਨਿਕਲ ਸਕਦੀ। ਮਿਹਦੇ ਅਤੇ ਅੰਤੜੀਆਂ ਦੀਆਂ ਅੰਦਰਲੀਆਂ ਝਿੱਲੀਆਂ ਨਾਲ ਜੰਮ ਜਾਂਦੀਆਂ ਹਨ। ਇਸ ਲਈ ਇਹਨਾਂ ਸਾਰੇ ਤੱਤਾਂ ਨੂੰ ਜਾਂ ਇਕੱਲੇ ਨੂੰ ਨਿਰੋਲ ਕਿਸਮ ਨਹੀਂ ਕਿਹਾ ਜਾ ਸਕਦਾ ਅਤੇ ਕੱਚੀਆਂ ਸਬਜ਼ੀਆਂ ਜਿਵੇਂ ਮੂਲੀ, ਸ਼ਲਗਮ, ਗਾਜਰ, ਟਮਾਟਰ, ਖੀਰਾ, ਸਲਾਦ, ਛਿੱਲੜ ਵਾਲੇ ਅਨਾਜ ਜਿਵੇਂ ਕਣਕ, ਛੋਲਿਆਂ ਦਾ ਆਟਾ ਖਾਣ ਵੇਲੇ ਆਟਾ ਛਾਣ ਕੇ ਛਿਲਕੇ ਸੁੱਟਣੇ ਨਹੀਂ ਚਾਹੀਦੇ। ਮਿਹਦੇ ਅਤੇ ਅੰਤੜੀਆਂ ਵਿੱਚ ਜਾ ਕੇ ਇਹ ਛਿੱਲੜ ਸਫਾਈ ਵਾਲੇ ਬਰੱਸ਼ ਦੀ ਤਰ੍ਹਾਂ ਕੰਮ ਕਰਦੇ ਹਨ। ਸਰੀਰ ਤਾਜ਼ਾ ਦਮ ਰਹਿੰਦਾ ਹੈ, ਇਸ ਲਈ ਖਾਣ ਵਾਲੀਆਂ ਚੀਜ਼ਾਂ ਨਾਲ ਰੇਸ਼ੇ ਹੋਣੇ ਜ਼ਰੂਰੀ ਹਨ। ਭਾਵ ਕਿ ਸਾਨੂੰ ਜਿਹੜੇ ਫੋਕਟ ਪਦਾਰਥ ਨੇ ਸਲਾਦ ਵਗੈਰਾ ਖਾਣੇ ਚਾਹੀਦੇ ਹਨ ਜੋ ਸਾਡੇ ਸਰੀਰ ਨੂੰ ਬਰਸ਼ਿੰਗ ਦਾ ਕੰਮ ਕਰਦੇ ਹਨ। ਸੋ ਬੱਚੇ ਆਪਾਂ ਗੱਲ ਕਰਦੇ ਹਾਂ ਲਾਸਟ ਦੇ ਕੈਲਰੀਜ਼ ਦੀ। ਸਾਨੂੰ ਇੱਕ ਆਮ ਖਿਡਾਰੀ ਨੂੰ ਸੰਤੁਲਿਤ ਭੋਜਨ ਦੇ ਵਿੱਚ ਕਿੰਨੀ ਕੈਲਰੀਜ਼ ਲੈਣੀ ਚਾਹੀਦੀ ਹਨ? ਜਿਹੜਾ ਅਨਾਜ ਹੈ ਇੱਕ ਖਿਡਾਰੀ ਨੂੰ 3200 ਕੈਲਰੀਜ਼ ਲੈਣੀ ਚਾਹੀਦੀ ਹਨ ਦਿਨ ਦੇ ਵਿੱਚ। ਦਾਲਾਂ 410 ਗ੍ਰਾਮ, ਦੁੱਧ 900 ਗ੍ਰਾਮ, ਘਿਓ ਜੋ ਹੈ ਉਹ 80 ਗ੍ਰਾਮ ਔਰ ਖੰਡ 80 ਗ੍ਰਾਮ,
ਪੱਤਿਆਂ ਵਾਲੀਆਂ ਸਬਜ਼ੀਆਂ ਨੇ ਜੋ ਉਹ ਇੱਕ ਬੱਚੇ ਨੂੰ 400 ਗ੍ਰਾਮ ਤੱਕ ਖਾ ਲੈਣੀਆਂ ਚਾਹੀਦੀਆਂ ਹਨ। ਫਲ ਜੋ ਹਨ 400 ਗ੍ਰਾਮ, ਮੀਟ ਜੇਕਰ ਕੋਈ ਬੱਚਾ ਖਾਂਦਾ ਹੈ ਤਾਂ ਉਸ ਨੂੰ 300 ਗ੍ਰਾਮ ਔਰ ਅੰਡਾ ਇੱਕ ਡੇਲੀ ਲੈ ਲੈਣਾ ਚਾਹੀਦਾ ਹੈ, ਤਾਂ ਜੋ ਉਸਦੀ ਜਿਹੜੀ ਖੁਰਾਕ ਹੈ ਉਹ ਸੰਤੁਲਿਤ ਰਹੇ, ਉਸ ਨੂੰ ਲੋੜੀਂਦੇ ਜਿਹੜੇ ਸਾਰੇ ਤੱਤ ਨੇ ਜੋ ਅਸੀਂ ਇਸ ਪਾਠ ਵਿੱਚ ਵੀ ਪੜ੍ਹੇ ਹਨ ਉਹ ਭਰਪੂਰ ਮਾਤਰਾ ਵਿੱਚ ਮਿਲ ਸਕਣ।